ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਜੀਓ, ਇੱਕ ਦੋ ਬੇਨਤੀਆਂ ਕਰਨੀਆਂ ਨੇ ਜੀ, ਤੇ ਕਰਨੀਆਂ ਆਪਣਿਆਂ ਨੂੰ ਆ। ਕਿਉਂਕਿ ਬੇਸ਼ੱਕ ਬਾਹਰਲੀਆਂ ਵਿਚਾਰਧਾਰਾਵਾਂ ਜਿਹੜੀਆਂ ਨੇ ਸਾਡੇ ਤੇ ਬਾਰ-ਬਾਰ ਹਮਲੇ ਕਰਦੀਆਂ ਨੇ, ਪਰ ਸਾਨੂੰ ਉਹਨਾਂ ਦੀ ਕੋਈ ਕਦੀ ਫਿਕਰ ਨਹੀਂ ਰਹੀ। ਫਿਕਰ ਕਿਉਂ ਨਹੀਂ ਰਹੀ? ਕਿਉਂਕਿ ਪੂਰੇ ਕਾ ਕੀਆ ਸਭ ਕੁਝ ਪੂਰਾ। ਮਹਾਰਾਜ ਸਾਹਿਬ ਨੇ ਜੋ ਸਾਨੂੰ ਸਿਧਾਂਤ ਬਖਸ਼ੇ ਨੇ, ਜੋ ਵਿਚਾਰਧਾਰਾ ਬਖਸ਼ੀ ਆ, ਜੋ ਜੀਵਨ ਬਖਸ਼ਿਆ ਆ, ਉਹ ਪੂਰਾ ਆ। ਉਹਨੂੰ ਕਿਸੇ ਦੇ ਨਾਲ ਵੀ ਜੇ ਕੋਈ ਹਮਲਾਵਰ ਚੜ੍ਹ ਕੇ ਆਉਂਦਾ ਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ। ਜਿਹਦੇ ਉੱਤੇ ਵੀ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ, ਉਹੀ ਗੁਰਮੁਖ ਪਿਆਰਾ ਕਹਿ ਦਿੰਦਾ, ਆ ਜਾਓ ਭਾਈ, ਜਿਹਨੇ ਵਿਚਾਰ ਕਰਨੇ ਮੈਂ ਚੌਂਕੜਾ ਮਾਰ ਕੇ ਬਹਿ ਗਿਆ, ਕਰ ਲਓ ਜਿਹੜੀ ਵਿਚਾਰ ਕਰਨੀ ਹੈ। ਤੇ ਜੇ ਕੋਈ ਤਸ਼ੱਦਦ ਕਰਦਾ ਤਾਂ ਵੀ ਜਿੰਨਾ ਚਿਰ ਉਹ ਤੋਂ ਸੰਘਰਸ਼ ਉਹ ਲੜਦਾ ਆ, ਉਹ ਲੜਦਾ, ਜੇ ਕਿਤੇ ਕਾਬੂ ਆ ਜਾਂਦਾ ਤਾਂ ਉਹ ਕਹਿੰਦਾ ਵੀ ਹੁਣ ਭਾਵੇਂ ਬੰਦ-ਬੰਦ ਕੱਟ ਲਾ, ਭਾਵੇਂ ਦੇਗਾਂ 'ਚ ਉਬਾਲ ਕੇ ਉਬਾਲ ਲੈ, ਭਾਵੇਂ ਚਰਖੜੀਆਂ ਤੇ ਚਾੜ ਲਾ, ਮੈਂ ਨਹੀਂ ਡੁੱਲਦਾ। ਮੇਰੇ ਤੇ ਮਹਾਰਾਜ ਸਾਹਿਬ ਦੀ ਕਿਰਪਾ। ਸੋ ਆਪਾਂ ਜਾਣਦੇ ਹਾਂ, ਇਹ ਉਦਾਹਰਨਾਂ ਆਮ ਹੀ ਸਾਨੂੰ ਐਗਜ਼ਾਮਪਲਾਂ ਮਿਲ ਜਾਂਦੀਆਂ। ਹੁਣ ਤਾਂ ਸਗਾ ਤੋਂ 84 ਦੇ ਘੱਲੂ ਘਰ ਦੇ ਦਿਨ ਸ਼ੁਰੂ ਹੋ ਜਾਣੇ ਨੇ। ਸੋ ਉੱਥੋਂ ਤੁਸੀਂ ਆਪ ਹੀ ਇਤਿਹਾਸ ਸੁਣ ਲੈਣ ਵੀ ਕਿਹੋ ਜਿਹੇ ਤਸ਼ੱਦਦ ਦੇ ਵਿੱਚ ਵੀ ਸਿੰਘ ਚੜ੍ਹਦੀ ਕਲਾ ਦੇ ਵਿੱਚ ਵਿਚਰੇ ਨੇ। ਖੈਰ, ਮੈਂ ਆਪਣੇ ਟੌਪਿਕ ਤੇ ਆਵਾਂ ਬਈ ਅੱਜ ਐਨਜੀਓਜ਼ ਦਾ ਬੜਾ ਵਿਰੋਧ ਹੋ ਰਿਹਾ, ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਭਾਈ ਰਵੀ ਸਿੰਘ ਹੋਣਾ ਨੂੰ, ਬਿਨਾਂ ਕਿਸੇ ਰੀਜ਼ਨ ਤੋਂ। ਤੇ ਜਦੋਂ ਉਹਨਾਂ ਦੇ ਖਿਲਾਫ ਬੋਲਣ ਵਾਲਿਆਂ ਨੂੰ ਪੁੱਛਦੇ ਆ ਵੀ ਭਾਈ ਰਵੀ ਸਿੰਘ ਦਾ ਇੰਨਾ ਵਿਰੋਧ ਕਿਉਂ ਕਰ ਰਹੇ ਹੋ, ਤੇ ਫਿਰ ਕਹਿ ਦਿੰਦੇ ਨੇ ਵੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਰਵੀ ਸਿੰਘ ਸਿੱਖਾਂ ਦੀ ਜਿਹੜੀ ਆ ਸੇਵਾ ਕਰੇ, ਘਰ ਦੇ ਵਿੱਚ ਸੇਵਾ ਕਰੇ, ਬਾਹਰ ਦੇ ਨਾਲ-ਨਾਲ। ਤੇ ਜਦੋਂ ਪੁੱਛੀਦਾ ਵੀ ਭਾਈ ਕੀ ਤੁਸੀਂ ਉਹਨੂੰ ਕੋਈ ਈਮੇਲ ਪਾਈ, ਕਿ ਉਹਦੇ ਨਾਲ ਕਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਕਿ ਕੋਈ ਐਸਾ ਇੱਕ ਜਿਹੜਾ ਹੈਗਾ ਵੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਨਾਲ ਗੱਲ ਕੀਤੀ ਵੀ ਸ਼੍ਰੋਮਣੀ ਕਮੇਟੀ ਭਾਈ ਰਵੀ ਸਿੰਘ ਦੇ ਨਾਲ ਮਿਲ ਕੇ ਕੋਈ ਕਾਰਜ ਪੰਜਾਬ ਦੇ ਵਿੱਚ ਆਰੰਭ ਕਰਾ ਦੇਵੇ, ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਇਸ ਗੱਲ ਦੇ ਵਿੱਚ ਕਹਿਣ ਵੀ ਰਵੀ ਸਿੰਘ ਵੀ ਤੂੰ ਇਧਰਲੇ ਬੰਨੇ ਸੇਵਾ ਕਰ, ਜਥੇਦਾਰ ਸਾਹਿਬ ਕੋਲ ਅਧਿਕਾਰ ਆ, ਜਥੇਦਾਰ ਸਾਹਿਬ ਨੂੰ ਹੁਕਮ ਲਾ ਸਕਦੇ ਵੀ ਭਾਈ ਆਹ ਸੇਵਾ ਕਰ। ਉਹ ਬਾਹਰਾ ਹੋਵੇ ਹੁਕਮ ਤੋਂ ਫਿਰ ਅਸੀਂ ਵਿਰੋਧ ਕਰੀਏ, ਗੱਲ ਮੰਨਣ 'ਚ ਆਉਂਦੀ ਹੈ। ਫਿਰ ਵੀ ਅਸੀਂ ਇਹ ਗੱਲ ਕਹਿ ਸਕਦੇ ਵੀ ਭਾਈ ਅੱਜ ਤੋਂ ਬਾਅਦ ਅਸੀਂ ਨਹੀਂ ਤੈਨੂੰ ਦਸਵੰਧ ਦੇਣਾ, ਤੂੰ ਜਥੇਦਾਰ ਸਾਹਿਬ ਦੀ ਗੱਲ ਨਹੀਂ ਮੰਨੀ, ਸ਼੍ਰੋਮਣੀ ਕਮੇਟੀ ਨੇ ਗੱਲ ਕੀਤੀ ਤੂੰ ਗੱਲ ਨਹੀਂ ਮੰਨੀ, ਜਾਂ ਹੋਰ ਕਿਸੇ ਜ਼ਿੰਮੇਵਾਰ ਸੰਸਥਾ ਨੇ ਗੱਲ ਕੀਤੀ ਤੂੰ ਸਾਡੀ ਗੱਲ ਨਹੀਂ ਮੰਨੀ, ਅੱਜ ਤੋਂ ਬਾਅਦ ਤੈਨੂੰ ਦਸਵੰਧ ਨਹੀਂ ਦੇਣਾ। ਗੱਲ ਮੰਨਣ 'ਚ ਆਉਂਦੀ ਆ, ਪਰ ਬਿਨਾਂ ਗੱਲ ਤੋਂ ਟਾਰਗੇਟ ਕੀਤਾ ਜਾ ਰਿਹਾ। ਪਰ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਨੂੰ ਜਦੋਂ ਸਵਾਲ ਕਰਨ ਦੀ ਵਾਰੀ ਆਉਂਦੀ ਹੈ ਤੇ ਸਾਨੂੰ ਇਹ ਕਿਹਾ ਜਾਂਦਾ ਸ਼੍ਰੋਮਣੀ ਕਮੇਟੀ ਤੋਂ ਸਿੱਖ ਨਿਰਾਸ਼ ਹੋ ਗਏ। ਹੁਣ ਸ਼੍ਰੋਮਣੀ ਕਮੇਟੀ ਜਿਹੜੀ ਉਹ ਤੋਂ ਸਾਨੂੰ ਕੋਈ ਉਮੀਦ ਨਹੀਂ ਬਚੀ। ਪਹਿਲੇ ਨੰਬਰ ਤੇ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਸਿੱਖ ਨਿਰਾਸ਼ ਕਦੋਂ ਤੋਂ ਹੋਣ ਲੱਗ ਪਏ? ਮੈਨੂੰ ਕੋਈ ਵੀ ਪੂਰੇ ਸਿੱਖੀ ਦੇ ਵਿੱਚ ਇੱਕ ਗੱਲ ਸਿਖਾ ਦੇਵੇ ਜਿੱਥੇ ਨਿਰਾਸ਼ਤਾ ਸ਼ਬਦ ਵੀ ਆਈ ਹੋਵੇ। ਅਸੀਂ ਉਹ ਆ ਜਿਹੜੇ ਅੰਨੇ ਨੂੰ ਸੁਜਾਖਾ, ਬੋਲੇ ਨੂੰ ਚਬਾਰੇ ਚੜਿਆ ਹੋਇਆ, ਤੇ ਜੇ ਕਿਸੇ ਦੀ ਕੋਈ ਲੱਤ ਬਾਂਹ ਅੰਗ ਹੈ ਨਹੀਂ ਤਾਂ ਉਹਨੂੰ ਅਸੀਂ ਕਹਿੰਦੇ ਵੀ ਘੋੜੇ ਚੜਿਆ ਹੋਇਆ। ਅਸੀਂ ਤੇ ਕਦੇ ਵੀ ਕਿਸੇ ਨੂੰ ਜਿਹੜਾ ਹੈਗਾ ਆ ਉਹ ਨਿਰਾਸ਼ਾ ਦਾ ਇੱਕ ਸ਼ਬਦ ਨਹੀਂ ਆਪਣੇ ਲਾਗੇ ਆਉਣ ਦਿੱਤਾ। ਤੇ ਜੇ ਆਪਾਂ ਗੁਰੂ ਘਰ ਦੇ ਪ੍ਰਬੰਧ ਦੀ ਗੱਲ ਕਰੀਏ ਤੇ ਪਹਿਲੀ ਵਾਰੀ ਇਦਾਂ ਨਹੀਂ ਹੋਈ ਆ ਕਿ ਗੁਰੂ ਘਰਾਂ ਦੇ ਵਿੱਚ ਜਿਹੜੇ ਨੇ ਉਹ ਮਸੰਦ ਵੜੇ ਨੇ। ਪਹਿਲੋਂ ਆਪਾਂ ਜਾਣੀਏ ਮਸੰਦ ਆਏ ਨੇ, ਡੋਗਰੇ ਆਏ ਨੇ, ਤੇ ਜਿਹੜੇ ਆਪਣੇ ਆਹ ਮਹੰਤ ਨੇ ਇਹ ਆਏ ਨੇ, ਤੇ ਮਹਾਰਾਜ ਸਾਹਿਬ ਕਿਰਪਾ ਕਰਨ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਆਜ਼ਾਦ ਕਰਵਾਏ ਨੇ ਸਿੱਖਾਂ ਨੇ। ਦੇਖੋ ਕਿੰਨੇ ਵੱਡੇ ਘੱਲੂ ਘਾਰੇ ਦੇ ਵਿੱਚ ਦੀ ਆਪਾਂ ਨਿਕਲੇ ਆ, ਉਹ ਸਾਰਾ ਇਤਿਹਾਸ ਗਵਾਹ ਹੈ ਇਸ ਗੱਲ ਦਾ। ਤੇ ਅੱਜ ਕਿਉਂ ਨਹੀਂ ਅਸੀਂ ਇਹ ਕਹਿੰਦੇ ਵੀ ਆਪਾਂ ਵੀ ਆਓ ਉੱਠੋ ਵੀ ਸਿੱਖੋ, ਇਕੱਠੇ ਹੋਵੋ, ਕਿਉਂਕਿ ਆਪਣੀ ਜਿਹੜਾ ਅਸੀਂ ਪਹਿਲੋਂ ਆਪਾਂ ਜਾਣਦੇ ਹਾਂ ਵੀ ਆਪਾਂ ਇੱਕ ਵੱਡਾ ਸੰਘਰਸ਼ ਵਿੱਚ ਦੀ ਨਿਕਲੇ ਆ। ਸਾਡੀ ਜਵਾਨੀ ਦਾ, ਸਾਡੀ ਲੀਡਰਸ਼ਿਪ ਦਾ ਕਤਲੇਆਮ ਬਹੁਤ ਵੱਡੇ ਪੱਧਰ ਤੇ ਹੋਇਆ, ਬਹੁਤ ਕੁਰਬਾਨੀਆਂ ਕੀਤੀਆਂ ਨੇ ਖਾਲਸਾ ਪੰਥ ਨੇ। ਅੱਜ ਦੁਬਾਰਾ ਤੋਂ ਜਵਾਨੀ ਉੱਠ ਕੇ ਖੜੀ ਹੋ ਰਹੀ ਆ, ਉਹਨੂੰ ਇੱਕ ਜਗ੍ਹਾ ਤੇ ਇਕੱਠੀ ਕਰੋ ਕਿ ਭਾਓ ਆਓ ਆਪਣੇ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹਨਾਂ ਤੋਂ ਇੱਕ ਸੁਚੱਜਾ ਪ੍ਰਬੰਧ ਲਈਏ। ਤੇ ਕਿਉਂ ਨਹੀਂ ਲੈ ਸਕਦੇ? ਜੇ ਆਪਾਂ ਆਵਾਜ਼ ਚੱਕੀਏ, ਸ਼੍ਰੋਮਣੀ ਕਮੇਟੀ ਨੂੰ ਸਵਾਲ ਕਰੀਏ, ਤੇ ਸ਼੍ਰੋਮਣੀ ਕਮੇਟੀ ਕਿਉਂ ਨਾ ਸਾਡੀ ਗੱਲ ਸੁਣੋ। ਪਰ ਜੇ ਅਸੀਂ ਸਵਾਲ ਹੀ ਕਵਾਂਗੇ ਵੀ ਤੁਹਾਨੂੰ ਅਸੀਂ ਕਰਨਾ ਹੀ ਕੋਈ ਨਹੀਂ, ਤੁਸੀਂ ਕਰੀ ਜੋ ਕਰਨਾ, ਤੇ ਫਿਰ ਸ਼੍ਰੋਮਣੀ ਕਮੇਟੀ ਰਿਸਪੌਂਸਿਬਲ ਕਿੱਦਾਂ ਬਣੂ? ਮੈਨੂੰ ਕੋਈ ਵੀ ਇਸ ਗੱਲ ਦਾ ਜਵਾਬ ਦੇ ਦੇਵੇ। ਅੱਗੇ ਗੱਲ ਕਰਦੇ ਹਾਂ। ਹੁਣ ਕਰੋਨਾ ਮਹਾਮਾਰੀ ਚੱਲੀ, ਭਾਈ ਰਵੀ ਸਿੰਘ ਨੇ ਵੀ ਸੇਵਾ ਕੀਤੀ, ਪਰ ਨਾਲ ਦੀ ਨਾਲ ਜਿਹੜੇ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨੇ ਵੀ ਸੇਵਾਵਾਂ ਕੀਤੀਆਂ, ਜਿਹਦੇ ਲਈ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਮਹਾਰਾਜ ਸਾਹਿਬ ਕਿਰਪਾ ਕਰਨ, ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਬੜਾ ਵਧੀਆ ਕਾਰਜ ਕੀਤਾ ਵੀ ਜਦੋਂ ਆਪਣੇ ਨਿਸ਼ਾਨ ਸਾਹਿਬ ਚੜ੍ਹਾਏ ਗਏ ਨੇ ਲਾਲ ਕਿਲ੍ਹੇ ਦੇ ਉੱਤੇ, ਉਦੋਂ ਬਹੁਤ ਸਾਰੇ ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ, ਸਰਸਾ ਸਾਹਿਬ ਨੇ ਜਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਕਢਾਇਆ। ਕੱਲੇ ਕੱਲੇ ਦੇ ਜਿਹੜਾ ਸੀ ਵੀਰ ਭੈਣ ਭਰਾ ਉਹਨਾਂ ਨੂੰ ਛੁਡਾ ਛੁਡਾ ਲਿਆਏ ਨੇ।
ਬੜਾ ਸ਼ਲਾਘਾਯੋਗ ਕਦਮ ਆ, ਅਸੀਂ ਵੀ ਤਾਰੀਫ਼ ਕਰਦੇ ਹਾਂ। ਪਰ ਹੁਣ ਜਦੋਂ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਤੇ ਅਮਿਤਾਭ ਬੱਚਨ ਤੋਂ 2 ਕਰੋੜ ਰੁਪਈਆ ਜਿਹੜਾ ਆ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਂਦੀ ਆ। ਤੇ ਇਹਦੇ ਬਰਾਬਰ ਦੇ ਉੱਤੇ ਹੀ ਜਦੋਂ ਭਾਈ ਰਵੀ ਸਿੰਘ ਹੁਣਾਂ ਨੂੰ ਕਿਹਾ ਜਾਂਦਾ ਵੀ ਤੁਹਾਨੂੰ ਅਸੀਂ ਸਨਮਾਨਿਤ ਕਰਨਾ, ਤਾਂ ਉਸ ਸਨਮਾਨ ਦੇ ਜਿਹੜੀ ਆ ਉਹ ਠੋਕਰ ਮਾਰਦੇ ਨੇ, ਕਹਿੰਦੇ ਵੀ ਭਾਈ ਮੈਂ ਕਾਤਲਾਂ ਤੋਂ ਕੋਈ ਸਨਮਾਨ ਨਹੀਂ ਲੈਣਾ। ਪਰ ਜੇ ਇੱਕ 2 ਕਰੋੜ ਰੁਪਈਆ ਮਹਿਜ਼ ਉਹ ਦੇ ਅਮਿਤਾਭ ਬੱਚਨ ਦੇ ਰਿਹਾ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੜ ਰਹੀ ਆ। ਤੇ ਉਸ ਤੋਂ ਬਾਅਦ ਉਹ ਕੇਵਲ ਫੜ ਹੀ ਨਹੀਂ ਰਹੀ ਆ, ਟਵੀਟ ਕਰਕੇ ਧੰਨਵਾਦ ਵੀ ਕਰਦੀ ਆ। ਜਦੋਂ ਇਹਦੇ ਉੱਤੇ ਵਿਵਾਦ ਪੈਦਾ ਹੁੰਦਾ ਆ ਤੇ ਫਿਰ ਉਹਦੀ ਜਿਹੜੀ ਆ ਸਫਾਈ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਆ ਬਈ ਪਹਿਲੋਂ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਪੈਸੇ ਕਿਹਦੇ ਵੱਲੋਂ ਭੇਜੇ ਗਏ ਆ। ਬਾਅਦ ਚ ਅਮਿਤਾਭ ਬੱਚਨ ਦੇ ਨਾਲ ਸ਼ਾਇਦ ਗੱਲ ਹੋਈ ਕਿ ਉਹਨੇ ਮੈਸੇਜ ਕੀਤਾ ਤੇ ਫਿਰ ਸਾਨੂੰ ਪਤਾ ਲੱਗਾ ਵੀ ਅਮਿਤਾਭ ਬੱਚਨ ਨੇ ਜਿਹੜੇ ਪੈਸੇ ਭੇਜੇ ਆ। ਤੇ ਉਹਨੇ ਜੋ ਸਿੱਖੀ ਦੇ ਲਈ ਵਧੀਆ ਬੋਲ ਬੋਲੇ, ਉਹ ਸਰਸਾ ਸਾਹਿਬ ਨੇ ਟਵੀਟ ਕਰਤੇ, ਨਾਲ ਧੰਨਵਾਦ ਕਰ ਦਿੱਤਾ। ਪਰ ਹੁਣ ਜਰਾ ਕਿ ਦਿਲਾਂ ਤੇ ਹੱਥ ਰੱਖ ਕੇ, ਜਾਂ ਸਰਸਾ ਸਾਹਿਬ ਮੇਰੀ ਗੱਲ ਨੂੰ ਸੁਣ ਰਹੇ ਹੋਣ ਤੇ ਦਿਲ ਤੇ ਹੱਥ ਰੱਖ ਕੇ ਇੱਕ ਗੱਲ ਸੋਚਣ, ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੁਲਾਜ਼ਮ ਜਾਂ ਸਰਸਾ ਸਾਹਿਬ ਦੀ ਭੈਣ ਦਾ ਸੁਹਾਗ ਜਿਹੜਾ ਸੀ, ਜਿਹੜਾ ਪਤੀ ਪਰਮੇਸ਼ਵਰ ਸੀ, ਉਹਨੂੰ ਉਹਦੇ ਸਾਹਮਣੇ ਜਲਾ ਦਿੱਤਾ ਜਾਂਦਾ, ਜੀਂਦੇ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ, ਬੱਚੇ ਜਿਹੜੇ ਸੀ ਉਹਨਾਂ ਨੂੰ ਸਾੜ ਦਿੱਤਾ ਜਾਂਦਾ, ਤੇ ਉਸ ਧੀ ਦੇ ਨਾਲ ਜਾਂ ਭੈਣ ਦੇ ਨਾਲ 7-8 ਉਸ ਟਾਈਮ ਦੇ ਗੁੰਡੇ ਜਿਹੜੇ ਆ ਉਹ ਉਹਦੀ ਇੱਜ਼ਤ ਨਾਲ ਖੇਡਦੇ, ਤੇ ਅੱਜ ਉਹ ਜਿਹੜੀ ਧੀ ਆ ਉਹ ਵਿਧਵਾ ਜਿਹੜੀ ਕਨੌਲੀ ਬਣੀ ਹੋਈ ਆ ਦਿੱਲੀ, ਉੱਥੇ ਦਿਨ ਕੱਟੀ ਕਰ ਰਹੀ ਹੁੰਦੀ, ਤੇ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਤੇ ਜਾਂ ਸਰਸਾ ਸਾਹਿਬ ਦੇ ਬੱਚੇ ਇਹ ਸਭ ਕੁਝ ਹੁੰਦੇ ਨੂੰ ਅੱਖੀ ਤੱਕ ਲੈਂਦੇ। ਤਾਂ ਕਰਕੇ ਉਹ ਜਿਹੜਾ ਖੌਫਨਾਕ ਮੰਜ਼ਰ ਜਿਹੜਾ ਦੇਖਿਆ ਹੁੰਦਾ, ਉਹਦਾ ਇਹਨਾਂ ਦੇ ਬੱਚਿਆਂ ਦੇ ਦਿਮਾਗਾਂ ਤੇ ਅਸਰ ਹੋਇਆ ਹੁੰਦਾ, ਤੇ ਉਹ ਬੱਚੇ ਰਹਿੰਦੇ ਦਿਮਾਗੋਂ ਖੀਣੇ, ਭਾਵ ਮੰਦਬੁੱਧੀ, ਤੇ ਉਹਨਾਂ ਨੂੰ ਇਸ ਉਮਰੇ ਨਾਲੇ ਇਹ ਸਾਂਭ ਰਹੇ ਹੁੰਦੇ ਤੇ ਨਾਲੇ ਉਸ ਸੰਤਾਪ ਨੂੰ ਹੰਢਾ ਰਹੇ ਹੁੰਦੇ ਕਿ ਫੇਰ ਜੇ ਅਮਿਤਾਭ ਬੱਚਨ ਇਹਨਾਂ ਨੂੰ 10 ਕਰੋੜ ਰੁਪਈਆ ਵੀ ਭੇਜਦਾ ਤੇ ਇਹ ਕਬੂਲ ਕਰਦੇ। ਤੇ ਜੇ ਉਦੋਂ ਨਹੀਂ ਸੀ ਕਬੂਲ ਕਰਨਾ ਤੇ ਕੀ ਜਿਹੜੀਆਂ ਉਹ ਧੀਆਂ ਦੀ ਇੱਜ਼ਤਾਂ ਲੁੱਟੀਆਂ ਉਹ ਸਾਡੀਆਂ ਧੀਆਂ ਨਹੀਂ? ਕਿ ਉਹ ਜਿਹੜੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖੇਡਿਆ ਗਿਆ ਕਿ ਉਹ ਸਾਡੀਆਂ ਭੈਣਾਂ ਨਹੀਂ? ਕਿ ਜਿਹੜੇ ਵੀਰ ਬਜ਼ੁਰਗ ਉੱਥੇ ਸਾੜ ਦਿੱਤੇ ਗਏ ਉਹ ਸਾਡੇ ਨਹੀਂ? ਤੇ ਜੇ ਉਹ ਸਾਡੇ ਆ ਤੇ ਫਿਰ ਸਾਡਾ ਕਿੱਦਾਂ ਹੌਸਲਾ ਪੈ ਗਿਆ 2 ਕਰੋੜ ਰੁਪਈਆ ਫੜਨ ਦਾ? ਭਾਈ ਰਵੀ ਸਿੰਘ ਆ, ਉਹ ਮਨਾ ਕਰ ਰਿਹਾ, ਕਹਿੰਦਾ ਭਾਈ ਮੈਨੂੰ ਨਹੀਂ ਤੁਹਾਡੇ ਜਿਹੜੇ ਸਨਮਾਨ ਚਾਹੀਦੇ, ਤੇ ਦਿੱਲੀ ਕਮੇਟੀ 2 ਕਰੋੜ ਦੇ ਵਿੱਚ ਹੀ ਖੁਸ਼ ਹੋ ਗਈ। ਤੇ ਹੁਣ ਮੈਨੂੰ ਇਹ ਦੱਸੋ, ਜੇ ਅਮਿਤਾਭ ਬੱਚਨ ਕੱਲ ਨੂੰ ਆਉਂਦਾ ਤੇ ਜਿਹਦਾ ਟਵੀਟ ਕਰਕੇ ਧੰਨਵਾਦ ਕਰ ਰਹੇ ਨੇ, ਕੀ ਉਹਨੂੰ ਸਰੋਪਾ ਨਾ ਦੇਣਗੇ? ਤੇ ਫਿਰ ਆਉਣ ਵਾਲਾ ਇਤਿਹਾਸ ਕੀ ਲਿਖਿਆ ਜਾਊਗਾ? ਬਈ ਸਿੱਖਾਂ ਦੀਆਂ ਇੱਜ਼ਤਾਂ ਨਾਲ ਖੇਡੋ, ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁਟਾਓ, ਤੇ ਫਿਰ 2 ਕਰੋੜ ਰੁਪਈਆ ਦੇ ਕੇ ਸਰੋਪਾ ਪਾਓ। ਕੀ ਆਹ ਕਹਾਉਣਾ ਚਾਹੁੰਦੇ ਹੋ? ਵਿਰੋਧ ਕਿਹਦਾ ਬਣਦਾ? ਵਿਰੋਧ ਰਵੀ ਸਿੰਘ ਦਾ ਬਣਦਾ ਤੇ ਜਾਂ ਫਿਰ ਸਰਸੇ ਦਾ ਬਣਦਾ? ਇਹ ਮੈਨੂੰ ਸੋਚ ਕੇ ਦੱਸਿਓ। ਤਾਂ ਕੀ ਇੰਨੇ 'ਚ ਜਾਨ ਛੱਡ ਦੇਣੀ ਉਹਨਾਂ ਦੀ? ਬਈ ਦੇਖੋ ਜੀ, ਉਹਨਾਂ ਨੇ ਤਾਂ, ਉਹਨਾਂ ਤੋਂ ਸਾਨੂੰ ਕੋਈ ਉਮੀਦ ਹੀ ਨਹੀਂ ਬਚੀ, ਅਸੀਂ ਉਹਨਾਂ ਨੂੰ ਛੱਡਿਆ। ਅਗਲੀ ਗੱਲ, ਹੁਣ ਆ ਜਾਓ ਇੱਥੇ ਐਸਜੀਪੀਸੀ ਤੇ ਆ ਜਾਓ ਤੁਸੀਂ। ਜਗੀਰ ਕੌਰ ਨੂੰ ਪ੍ਰਧਾਨ ਲਾਇਆ ਜਾਂਦਾ ਕਿ ਸਿੱਖੀ ਦੇ ਵਿੱਚ ਜਿਹੜੀ ਆ ਉਹ ਪ੍ਰਵਾਨਗੀ ਹੈਗੀ ਆ ਇਹਨੂੰ ਪਾਰਟੀ ਮੈਂਬਰ ਬਣਨ ਦੀ ਵੀ, ਇਹ ਜਿਹੜੀ ਜਗੀਰੋ ਆ? ਪਰ ਨਾ, ਕਿਸੇ ਨੇ ਕੋਈ ਸਵਾਲ ਨਹੀਂ ਕਰਨਾ। ਕਿਉਂ? ਕਿਉਂਕਿ ਭਾਈ ਇਹਨਾਂ ਤੋਂ ਤਾਂ ਅਸੀਂ ਨਿਰਾਸ਼ ਹੋ ਚੁੱਕੇ ਹਾਂ। ਕੀ ਕਰ ਰਹੀ ਆ ਸ਼੍ਰੋਮਣੀ ਕਮੇਟੀ? ਕਿਹਦੀ ਬਾਹ ਫੜ ਰਹੀ ਆ? ਕਿਹੜੇ ਸਿੱਖ ਦੀ ਬਾਹ ਫੜ ਰਹੀ ਆ? ਕਿਸੇ ਦੀ ਵੀ ਨਹੀਂ। ਪਰ ਅਸੀਂ ਕੁਝ ਨਹੀਂ ਕਹਿਣਾ। ਕਿਉਂ? ਕਿਉਂਕਿ ਸ਼੍ਰੋਮਣੀ ਕਮੇਟੀ ਤੋਂ ਅਸੀਂ ਨਿਰਾਸ਼ ਹੋ ਚੁੱਕੇ ਹਾਂ। ਹੁਣ ਮੈਂ ਇੱਕ ਗੱਲ ਹੋਰ ਇੱਥੇ ਤੁਹਾਡੇ ਨਾਲ ਸਾਂਝੀ ਕਰਦਾ। 84 ਦੇ ਵਿੱਚ ਸਿੱਖਾਂ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ ਕਾਮਰੇਡਾਂ ਨੇ, ਬੜੇ ਵੱਡੇ ਪੱਧਰ ਦੇ ਉੱਤੇ। ਉਹਦੇ ਸਬੂਤ, ਉਹਦਾ ਸਾਰਾ ਕੁਝ ਕੱਟਾ ਚਿੱਠਾ ਮੇਰਾ ਵਾਅਦਾ ਆ ਕੱਲੇ ਕੱਲੇ ਸਿੱਖ ਦੇ ਨਾਲ ਕਿ ਅਸੀਂ ਲੈ ਕੇ ਆਵਾਂਗੇ, ਪਰ ਆਵਾਂਗੇ 6 ਜੂਨ ਦੇ ਲਾਗੇ, ਤਾਂ ਜੋ ਉਦੋਂ ਤੁਹਾਨੂੰ ਪਤਾ ਲੱਗੇ ਵੀ ਸਾਡੇ ਨਾਲ ਬੀਤਿਆ ਕੀ ਸੀ। ਪਰ ਉਹਨਾਂ ਦੇ ਛੁਰਾ ਮਾਰਨ ਦੇ ਨਾਲ ਉਹਨਾਂ ਨੇ ਤੁਹਾਡੀ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਉਹਨੂੰ ਪੂਰੀ ਤਰੀਕੇ ਨਾਲ ਕਬਜ਼ੇ 'ਚ ਲੈ ਲਿਆ। ਜਿਹੜੇ ਉੱਥੇ ਬੱਚੇ ਪੜ੍ਹਨ ਵਾਲੇ ਨੇ ਉਹ ਜਾਣਦੇ ਨੇ। ਅਸੀਂ ਅੱਜ ਕਿਉਂ ਕਹਿ ਰਹੇ ਹਾਂ ਸਾਡਾ ਯੂਥ ਕਾਮਰੇਡ ਬਣ ਗਿਆ, ਅਪਗ੍ਰੇਡ ਹੋ ਗਿਆ? ਕਿਉਂ ਕਹਿਣਾ ਪੈ ਰਿਹਾ? ਕਿਉਂਕਿ ਜਦੋਂ ਤੁਸੀਂ ਕਾਲਜਾਂ ਦੇ ਵਿੱਚੋਂ, ਯੂਨੀਵਰਸਿਟੀਆਂ ਦੇ ਵਿੱਚੋਂ ਉਹ ਸੋਚ ਹੀ ਸਿੱਖੀ ਦੀ ਖਤਮ ਕਰ ਦਿੱਤੀ, ਤੇ ਤੁਹਾਡੇ ਬੱਚੇ ਸਿੱਖ ਬਣਨਗੇ ਕਿੱਦਾਂ? ਉੱਥੇ ਸਾਰਾ ਕੁਝ ਪੜ੍ਹਾਇਆ ਕੀ ਜਾਂਦਾ? ਉਹਨਾਂ ਨਾਲ ਕੀਤਾ ਕੀ ਜਾਂਦਾ? ਅੱਜ ਪਾਸ਼ ਵਰਗੇ ਬੇਕਾਰ ਤੇ ਘਟੀਆ ਲੋਕ ਜਿਹੜੇ ਨੇ ਉਹ ਤੁਹਾਡੇ ਆਈਡਲ ਬਣ ਰਹੇ ਨੇ ਬੱਚਿਆਂ ਦੇ, ਉਹਨਾਂ ਦੀਆਂ ਪੁਸਤਕਾਂ ਨੂੰ ਪੜ੍ਹਿਆ ਜਾ ਰਿਹਾ, ਤੇ ਤੁਹਾਡਾ ਲਿਟਰੇਚਰ ਕਿੱਥੇ ਰਹਿ ਗਿਆ?
ਕੋਈ ਗੱਲ ਨਹੀਂ ਕਰਨੀ ਉਹਦੇ ਬਾਰੇ। ਕਿਉਂ? ਕਿਉਂਕਿ ਅਸੀਂ ਸ਼੍ਰੋਮਣੀ ਕਮੇਟੀ ਤੋਂ ਨਿਰਾਸ਼ ਹੋ ਚੁੱਕੇ ਹਾਂ ਜੀ। ਅੱਜ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ, ਮੈਨੂੰ ਬਹੁਤ ਸਾਰੇ ਕਹਿ ਰਹੇ ਨੇ ਵੀ ਤੂੰ ਕਿਸਾਨੀ ਸੰਘਰਸ਼ ਦੇ ਖਿਲਾਫ ਆ। ਮੈਂ ਹਮੇਸ਼ਾ ਇਹ ਗੱਲ ਕਹਿਣਾ ਆ, ਪਾਰਦਰਸ਼ਤਾ ਨਾਲ ਲੜੋਗੇ ਤੇ ਜਿੱਤੋਗੇ। ਜੇ ਮਨ ਦੇ ਵਿੱਚ ਖੋਟ ਹੋਵੇਗੀ ਤੇ ਜਿੱਤ ਕਦੇ ਨਹੀਂ ਮਿਲੇਗੀ। ਅੱਜ ਉੱਥੇ ਮੋਰਚਾ ਲੱਗਾ ਹੋਇਆ, ਉਗਰਾਹਾਂ ਬਿਆਨ ਦਿੰਦਾ, ਉਦੋਂ 1 ਵੀਕ ਪਹਿਲਾਂ ਕੈਪਟਨ ਜਿਹੜਾ ਤੁਹਾਡੀ ਪਟਿਆਲੇ ਯੂਨੀਵਰਸਿਟੀ ਆ, ਪੰਜਾਬੀ ਯੂਨੀਵਰਸਿਟੀ ਜਿਹੜੀ ਆ, ਉਹਦਾ ਪੂਰਾ ਪ੍ਰਬੰਧ ਜਿਹੜਾ ਹੈਗਾ ਕਾਮਰੇਡਾਂ ਨੂੰ ਦੇ ਰਿਹਾ। ਜਦੋਂ ਤੁਹਾਡੀਆਂ 2 ਯੂਨੀਵਰਸਿਟੀਆਂ ਦੋਨੇ ਹੀ ਕਾਮਰੇਡਾਂ ਦੇ ਕੋਲ ਚਲ ਗਈਆਂ, ਤੁਸੀਂ ਮੈਨੂੰ ਦੱਸੋ ਸਿੱਖੀ ਕਿੱਥੇ ਰਹਿ ਗਈ ਤੁਹਾਡੀ? ਬੱਚਿਆਂ ਨੂੰ ਸਿੱਖ ਕਿੱਦਾਂ ਬਣਾਉਣਾ? ਤੁਹਾਡੇ ਕੋਲ ਵਾਹਿਗੁਰੂ ਦਾ ਬਖਸ਼ਿਆ ਸਾਰਾ ਖਜ਼ਾਨਾ ਆ, ਪਰ ਤੁਸੀਂ ਉੱਤੇ ਕਬਜ਼ਾ ਕਿਹਨਾਂ ਨਾਲ ਕਰਾ ਕੇ ਬਹਿ ਗਏ? ਕਿੱਦਾਂ ਆਪਦਾ ਜਿਹੜਾ ਤੁਹਾਡੇ ਕੋਲ ਖਜ਼ਾਨਾ ਆਪਦੇ ਬੱਚਿਆਂ 'ਚ ਵਰਤਾਉਣਾ ਕਿੱਦਾਂ, ਮੈਨੂੰ ਇਹ ਦੱਸੋ। ਜਿਹੜੇ ਸਾਨੂੰ ਸਵਾਲ ਕਰਦੇ ਨੇ ਨਾ, ਸਿੱਖੀ ਦੀ ਸੇਵਾ ਕਰਨੀ ਆ ਜੀ, ਸਿੱਖਾਂ ਦੀ ਬਾਹ ਫੜੋ ਜੀ, ਉਹ ਮੈਨੂੰ ਇਸ ਗੱਲ ਦਾ ਜਵਾਬ ਦੇਣ। ਸਿੱਖ ਜਿਹੜਾ ਤੁਹਾਡੇ ਕੋਲ ਗੁਰੂ ਮਹਾਰਾਜ ਦਾ ਬਖਸ਼ਿਆ ਖਜ਼ਾਨਾ ਬੱਚਿਆਂ ਨੂੰ ਕਿੱਦਾਂ ਦੇਣਾ? ਉਹਦਾ ਕੋਈ ਵੀ ਪਤਾ ਕਰ ਸਕਦਾ ਵੀ ਕਿਹੜੇ ਤਰੀਕੇ ਦੇ ਨਾਲ ਪ੍ਰਬੰਧ ਜਿਹੜਾ ਕੈਪਟਨ ਨੇ ਦਿੱਤਾ ਆ। ਤੇ ਕੀ ਉੱਥੇ ਸਾਡੇ ਜਿਹੜੇ ਜਥੇਦਾਰ ਸਾਹਿਬ ਆ ਗਿਆਨੀ ਹਰਪ੍ਰੀਤ ਸਿੰਘ ਜੀ, ਕੀ ਇਹ ਘੱਟ ਪੜ੍ਹੇ ਲਿਖੇ ਨੇ? ਕੀ ਇਹਨਾਂ ਨੂੰ ਨਹੀਂ ਪਤਾ ਯੂਨੀਵਰਸਿਟੀਆਂ ਦਾ ਪ੍ਰਬੰਧ ਕਿਵੇਂ ਚੱਲਦਾ? ਕੀ ਜਿਹੜੇ ਸਿੱਖ ਬੁੱਧੀਜੀਵੀ ਆ ਉਹਨਾਂ ਨੂੰ ਨਹੀਂ ਪਤਾ? ਕਿਉਂ ਆਵਾਜ਼ ਨਿਕਲਣੀ ਬੰਦ ਹੋ ਗਈ? ਕਿਉਂ ਸਿੱਖਾਂ ਲਈ ਤੁਹਾਡੇ ਮੂੰਹ ਦੇ ਵਿੱਚੋਂ ਕੋਈ ਇੱਕ ਬਿਆਨ ਨਹੀਂ ਨਿਕਲਿਆ? ਕਿਉਂ ਜਥੇਦਾਰ ਸਾਹਿਬ ਨੇ ਖੜ ਕੇ ਇਹ ਗੱਲ ਨਹੀਂ ਕਹੀ ਵੀ ਸਿੱਖੋ ਤੁਹਾਡੀਆਂ ਯੂਨੀਵਰਸਿਟੀਆਂ ਤੇ ਕਬਜ਼ਾ ਕਾਮਰੇਡਾਂ ਦਾ ਹੋ ਰਿਹਾ, ਸਿੱਖੀ ਸੰਭੋ ਜਾ ਕੇ। ਪੰਜਾਬ ਦੀ ਧਰਤੀ ਹੋਵੇ ਤੇ ਇਹਨਾਂ ਕਾਮਰੇਡਾਂ ਦਾ ਉੱਥੇ ਰਾਜ ਕਰਵਾਇਆ ਜਾ ਰਿਹਾ ਧੱਕੇ ਦੇ ਨਾਲ, ਤੇ ਫਿਰ ਸਾਨੂੰ ਸਮਝ ਨਹੀਂ ਆਉਂਦੀ। ਹੁਣ ਮੈਨੂੰ ਤੁਸੀਂ ਦੱਸ ਦਿਓ, ਵਿਰੋਧ ਕਾਮਰੇਡਾਂ ਦਾ ਕਰਨਾ, ਵਿਰੋਧ ਸ਼੍ਰੋਮਣੀ ਕਮੇਟੀ ਦਾ ਕਰਨਾ, ਸਵਾਲ ਜਥੇਦਾਰ ਨੂੰ ਕਰਨੇ, ਦਿੱਲੀ ਪ੍ਰਬੰਧਕ ਕਮੇਟੀ ਨੂੰ ਕਰਨੇ, ਜਾਂ ਤੁਸੀਂ ਰਵੀ ਸਿੰਘ ਨੂੰ ਕਰਨੇ ਆ? ਖਾਲਸਾ ਜੀ, ਅਸੀਂ ਉਹ ਵੀ ਟਾਈਮ ਦੇਖਿਆ ਆ, ਸਾਡੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਆ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਜਾਂਦਾ, ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਸਿੰਘ ਨੇ, ਉਹਨਾਂ ਨੂੰ ਗ੍ਰਿਫਤਾਰ ਕਰਕੇ ਕਈ ਦਿਨਾਂ ਤੱਕ ਭੁੱਖੇ ਰੱਖਿਆ ਜਾਂਦਾ, ਤੇ ਫਿਰ ਇਹ ਕਿਹਾ ਜਾਂਦਾ ਵੀ ਇੱਕ ਰੋਟੀ ਇਹਨਾਂ ਨੂੰ ਦਿਓ, ਤੇ ਇਹ ਰੋਟੀ ਦੇ ਪਿੱਛੇ ਲੜਨਗੇ, ਆਪਸ ਵਿੱਚ ਮਰਨਗੇ। ਜਦੋਂ ਰੋਟੀ ਫੜਾਈ ਜਾਂਦੀ ਆ, ਸਭ ਤੋਂ ਪਹਿਲਾਂ ਲਿਆ ਕੇ ਬਜ਼ੁਰਗ ਨੂੰ ਫੜਾਈ ਜਾਂਦੀ ਆ, ਬਜ਼ੁਰਗ ਨੌਜਵਾਨ ਨੂੰ ਫੜਾਉਂਦਾ, ਨੌਜਵਾਨ ਇੱਕ ਬੱਚੇ ਨੂੰ ਫੜਾਉਂਦਾ, ਤੇ ਬੱਚਾ ਦੁਬਾਰਾ ਨੌਜਵਾਨ ਨੂੰ ਫੜਾ ਦਿੰਦਾ, ਤੇ ਨੌਜਵਾਨ ਦੁਬਾਰਾ ਬਜ਼ੁਰਗ ਨੂੰ ਫੜਾਉਂਦਾ, ਤੇ ਬਜ਼ੁਰਗ ਬਾਹਰ ਕੱਢ ਕੇ ਰੋਟੀ ਵਗਾ ਕੇ ਮਾਰਦਾ। ਜਦੋਂ ਪੁੱਛਿਆ ਜਾਂਦਾ ਵੀ ਇਹ ਕਿਉਂ, ਬਜ਼ੁਰਗ ਕਹਿੰਦਾ ਮੈਂ ਸੋਚਿਆ ਸੀ ਨੌਜਵਾਨ ਜਿਹੜਾ ਆ ਇਹਨੇ ਲੜਨਾ ਆ, ਇਹ ਬਾਜੂਗਾ। ਉਹ ਕਹਿੰਦਾ ਮੈਂ ਸੋਚਿਆ ਸਿੱਖਾਂ ਦਾ ਬੱਚਾ ਬਾਜੂਗਾ, ਤੇ ਬੱਚਾ ਕਹਿੰਦਾ ਮੈਂ ਇਹ ਕਹਿ ਕੇ ਮੋੜਿਆ ਮੈਨੂੰ ਸਿੱਖੀ ਪਿਆਰੀ ਆ, ਨਾ ਕਿ ਇਹ ਰੋਟੀ। ਤੇ ਨੌਜਵਾਨ ਕਹਿੰਦਾ ਮੈਂ ਤਾਂ ਮੋੜੀ ਵੀ ਬਾਪੂ ਮੋੜ ਦੇ ਰੋਟੀ, ਮੈਂ ਭੁੱਖਾ ਰਹਿ ਕੇ ਲੜ ਲੈਣਾ, ਮੈਨੂੰ ਸਿੱਖੀ ਪਿਆਰੀ ਆ। ਤੇ ਬਜ਼ੁਰਗ ਕਹਿੰਦਾ ਜਦੋਂ ਸਾਡੇ ਬੱਚੇ 'ਚ ਸਿੱਖੀ ਦੇਖੀ, ਜਦੋਂ ਮੈਂ ਨੌਜਵਾਨ 'ਚ ਸਿੱਖੀ ਦੇਖੀ, ਤੇ ਮੇਰਾ ਆਪ ਮੁਹਾਰੇ ਜਕਾਰਾ ਨਿਕਲ ਗਿਆ, ਤੇ ਮੈਂ ਰੋਟੀ ਤੁਹਾਡੇ ਵਗਾ ਕੇ ਤੁਹਾਡੇ ਮੋਹਰੇ ਮਾਰੀ ਆ। ਸਾਡੀ ਲੜਾਈ ਰੋਟੀ ਪਾਣੀ ਦੀ ਕਿੱਦਣ ਆ? ਪਰ ਜੋ ਮਹਾਰਾਜ ਨੇ ਬਖਸ਼ਿਆ, ਜਿਹਦੀ ਖਾਲਸੇ ਨੂੰ ਹਮੇਸ਼ਾ ਹੀ ਭੁੱਖ ਰਹੀ ਆ, ਜੋ ਚਰਖੜੀਆਂ ਤੇ ਚੜਿਆ ਉਹਨੇ ਬਾਣੀ ਪੜ੍ਹੀ, ਜੇ ਉਹਦਾ ਬੰਦ ਕੱਟਿਆ ਗਿਆ ਉਹਨੇ ਬਾਣੀ ਪੜ੍ਹੀ, ਜੇ ਉਹਨੂੰ ਦੇਗਾਂ 'ਚ ਬਿਠਾਲ ਕੇ ਸਾੜਿਆ ਗਿਆ ਉਹਨੇ ਬਾਣੀ ਪੜ੍ਹੀ, ਤੇ ਨਾਲ ਆਪਣਾ ਇਤਿਹਾਸ ਕੰਠ ਕੀਤਾ। ਤੇ ਅੱਜ ਜਿੱਥੇ ਉਹ ਭੁੱਖ ਦੂਰ ਕਰਨੀ ਆ, ਉਹ ਕੌਣ ਕਰਾਊਗਾ ਤੁਹਾਡੀ? ਕਿ ਉਹ ਰਵੀ ਸਿੰਘ ਕਰਾਊਗਾ? ਜਾਂ ਸ਼੍ਰੋਮਣੀ ਕਮੇਟੀ ਨੂੰ ਸਟੈਂਡ ਲੈਣਾ ਪਊਗਾ, ਜਾਂ ਸਰਸੇ ਹੋਣਾ ਨੂੰ ਸਟੈਂਡ ਲੈਣਾ ਪਊਗਾ, ਜਾਂ ਜਥੇਦਾਰ ਨੂੰ ਬਿਆਨ ਦੇਣਾ ਪਊਗਾ? ਮੈਨੂੰ ਤੁਸੀਂ ਦੱਸੋ ਸੋਚ ਕੇ। ਉਸ ਤੋਂ ਬਾਅਦ ਤੁਹਾਡਾ ਨਿਸ਼ਾਨ ਸਾਹਿਬ ਜੀ ਨੂੰ ਅੱਗ ਲਾ ਦਿੱਤੀ ਗਈ, ਕਿੱਥੇ ਰੁਲ ਗਿਆ ਮਿੰਟੂ ਵਾਲਾ ਸਾਰਾ ਮਸਲਾ? ਅੱਜ ਮੈਨੂੰ ਦੱਸੋ ਕਿਹੜੀ ਕਿਸੇ ਨੇ ਪੋਸਟ ਦੇਖੀ ਮਿੰਟੂ ਦੇ ਖਿਲਾਫ? ਪਹਿਲਾਂ ਉਗਰਾਹਾਂ ਦੇ ਉੱਥੇ ਇੱਕ ਰੇਪ ਦੀ ਘਟਨਾ ਹੁੰਦੀ, ਬੱਚੀ ਦੀ ਇੱਜ਼ਤ ਤਾਰ-ਤਾਰ ਕੀਤੀ ਜਾਂਦੀ, ਲੋਕ ਸਵਾਲ ਕਰ ਰਹੇ ਨੇ, ਸਾਨੂੰ ਮਸਲਾ ਦੇ ਦਿੱਤਾ ਗਿਆ ਨਿਸ਼ਾਨ ਸਾਹਿਬ ਜੀ ਦੀ ਬੇਅਦਬੀ ਦਾ। ਨਿਸ਼ਾਨ ਸਾਹਿਬ ਜੀ ਦੀ ਬੇਅਦਬੀ ਤੇ ਬੋਲ ਰਹੇ ਆ, ਸਾਨੂੰ ਮਸਲਾ ਦੇ ਦਿੱਤਾ ਗਿਆ ਰਵੀ ਸਿੰਘ ਦਾ। ਤੁਹਾਡੇ ਮਸਲੇ ਕਿੱਥੇ ਰੁਲ ਗਏ? ਕੀ ਜਥੇਦਾਰ ਸਾਹਿਬ ਜਿਹੜੇ ਨੇ ਉਹਨਾਂ ਨੇ ਕੋਈ ਬਿਆਨ ਦਿੱਤਾ? ਕਿਉਂ ਨਾ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ? ਸਾਡਾ ਲੱਖ ਵਾਰੀ ਬੋਲਿਆ, ਜਥੇਦਾਰ ਸਾਹਿਬ ਦੇ ਇੱਕ ਵਾਰੀ ਬੋਲੇ ਤੋਂ ਵੱਡਾ ਆ। ਜਥੇਦਾਰ ਸਾਹਿਬ ਨੇ ਇੱਕ ਵਾਰੀ ਕਿਹਾ ਵੀ ਖਬਰਦਾਰ ਹੋ ਜਾਓ, ਕਿਸਾਨੀ ਦਾ ਮੁੱਦਾ, ਕਿਸਾਨ ਬਣ ਕੇ ਗਏ ਆ, ਅਸੀਂ ਵਿੱਚ ਕੁਝ ਨਹੀਂ ਬੋਲੇ, ਕਿਸਾਨ ਬਣ ਕੇ ਹੱਲ ਕਰੋ। ਪਰ ਜੇ ਕਿਸੇ ਨੇ ਨਿਸ਼ਾਨ ਸਾਹਿਬ ਜੀ ਵੱਲ ਅੱਖ ਚੱਕ ਕੇ ਦੇਖੀ, ਤੇ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਕਿਹੜੇ ਕਾਮਰੇਡ ਦੀ ਲਾਲ ਨੀਕਰ ਵਿੱਚ ਯੁਰਤ ਪੈਂਦੀ ਕਿ ਮੁੜ ਕੇ ਨਿਸ਼ਾਨ ਸਾਹਿਬ ਜੀ ਵੱਲ ਦੇਖਦਾ? ਪਰ ਕੋਈ ਨਹੀਂ ਕੁਛ ਕਰਿਆ। ਸਵਾਲ ਕਿਹਨੂੰ ਕਰਨਾ? ਰਵੀ ਸਿੰਘ ਨੂੰ ਕਰੋ। ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਅਗਲੀ ਗੱਲ। ਹੁਣ 6 ਜੂਨ, ਮੈਂ ਪਹਿਲਾਂ ਇਹ ਗੱਲ ਦੱਸਤੀ ਆ ਵੀ ਜਦੋਂ ਘੱਲੂ ਘਰ ਦਾ ਦਿਨ ਆਉਣਾ, ਅਸੀਂ ਸਾਰਾ ਇਤਿਹਾਸ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ। ਪਰ ਮੈਂ ਉਦੋਂ ਇੱਕ ਗੱਲ ਜ਼ਰੂਰ ਕਹਾਂਗਾ, ਸਾਡੇ ਪ੍ਰਚਾਰਕ
ਸਾਡੇ ਬੁੱਧੀਜੀਵੀ, ਸਾਡੀ ਸ਼੍ਰੋਮਣੀ ਕਮੇਟੀ, ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਵੀ ਸਿੰਘ ਨੂੰ ਸਵਾਲ ਕਰਨ ਵਾਲੇ ਇਹ ਸਾਰੇ, ਇਹਨਾਂ ਨੂੰ ਮੈਂ ਪੁੱਛਾਂਗਾ ਜ਼ਰੂਰ ਵੀ ਆਹ ਇਤਿਹਾਸ ਕਿਉਂ ਨਾ ਸਾਨੂੰ ਦੱਸਿਆ ਗਿਆ ਜਿਹੜਾ ਅਸੀਂ ਕੱਢ ਕੇ ਲਿਆਏ ਆ। ਫਿਰ ਮੈਂ ਇਹ ਸਵਾਲ ਕਰਾਂਗਾ ਉਹਨਾਂ ਨੂੰ ਜਿਹੜੇ ਕਹਿੰਦੇ ਸੂਰਜ ਪ੍ਰਕਾਸ਼ ਗ੍ਰੰਥ 'ਚ ਕੀ ਲਿਖਿਆ, ਜਿਹੜੇ ਸਾਨੂੰ ਸਵਾਲ ਕਰਦੇ ਨੇ ਮੂਲ ਮੰਤਰ ਸਾਡਾ ਕਿੱਥੋਂ ਤੱਕ ਆ, ਗੁਰ ਮੰਤਰ ਜਪਣਾ ਜਾਂ ਨਹੀਂ ਜਪਣਾ, ਉਹਨਾਂ ਨੂੰ ਫਿਰ ਸਵਾਲ ਕਰਾਂਗੇ। ਜਿਹੜੇ ਸਾਨੂੰ ਕਦੀ ਕਿਸੇ ਅੱਖਰ ਤੇ ਜਾ ਕੇ ਲੜਾ ਦਿੰਦੇ, ਕਦੀ ਕਿਸੇ ਅੱਖਰ ਤੇ ਲੜਾ ਦਿੰਦੇ ਆ। ਇਤਿਹਾਸ ਬੋਲਣ ਜਾਂਦੇ ਹੋ ਸੂਰਜ ਪ੍ਰਕਾਸ਼ ਗ੍ਰੰਥ ਦਾ, 35 ਸਾਲ ਪੁਰਾਣਾ ਇਤਿਹਾਸ ਸਾਨੂੰ ਕਿਹਨੇ ਦੱਸਣਾ ਬਈ? ਮੈਨੂੰ ਦੱਸੋ ਭਾਈ ਸੋਢੀ ਕਿੱਦਾਂ ਸ਼ਹੀਦ ਹੋਇਆ? ਮੈਨੂੰ ਦੱਸੋ ਦਰਬਾਰ ਸਾਹਿਬ ਤੋਂ ਜੋ ਇਹ ਟੋਲਾ ਕਾਮਰੇਡਾਂ ਦੇ ਵਿੱਚ ਸ਼ਾਮਲ ਹੋਇਆ ਸੀ, ਉਹ ਹਰਕ੍ਰਿਸ਼ਨ ਸੁਰਜੀਤ ਦਾ ਕੀ ਰੋਲ ਸੀ? ਇੰਦਰਾ ਗਾਂਧੀ ਨੇ ਜਿਹੜੀ ਗੱਲ ਕਹੀ ਸੀ, ਇਹ ਸਿੱਖ ਸਿੱਖੋਂ ਕੋ ਮਾਰ ਰਹੇ ਆ, ਉਹਨੇ ਇਹ ਗੱਲ ਕਿਉਂ ਕਹੀ ਸੀ? ਮੈਂ ਪ੍ਰੇਸ਼ਨ ਰੂਪੀ ਸਵਾਲ ਦੱਸ ਰਿਹਾ ਸਾਰੇ। ਸਾਨੂੰ ਕੋਈ ਵੀ ਵੀਰ ਭੈਣ ਇਸ ਗੱਲ ਦਾ ਜਵਾਬ ਜ਼ਰੂਰ ਦਿਓ। ਸਾਡੇ ਪ੍ਰਚਾਰਕ, ਸਾਡੇ ਬੁੱਧੀਜੀਵੀ ਸਾਨੂੰ ਦੱਸਣ ਇਹ ਗੱਲਾਂ ਕਿਹਨੇ ਦੱਸਣੀਆਂ ਸੀ? ਤੁਹਾਡੇ ਕੋਲ 35 ਸਾਲਾਂ ਪੁਰਾਣਾ ਇਤਿਹਾਸ ਨਹੀਂ ਸਾਨੂੰ ਦੱਸਿਆ ਗਿਆ। ਤੁਹਾਡਾ ਬੇੜਾ ਬਹਿ ਜੇ, ਤੁਸੀਂ ਸਾਨੂੰ ਸੂਰਜ ਪ੍ਰਕਾਸ਼ ਗ੍ਰੰਥ ਤੇ ਲੜਾ ਲੜਾ ਮਾਰ ਦਿੱਤਾ। ਮਹਾਰਾਜ ਸਾਹਿਬ ਕਿਰਪਾ ਕਰਨ। ਮੇਰੀ ਨਿਮਰਤਾ ਸਹਿਤ ਇਹ ਬੇਨਤੀ ਆ, ਮੈਨੂੰ ਸਿੱਖਾਂ ਦੇ ਬੱਚਿਓ ਤੁਸੀਂ ਇਹ ਗੱਲ ਦੱਸ ਦਿਓ। ਤੁਸੀਂ ਰੋਜ਼ ਇੱਕ ਨਵੇਂ ਮੁੱਦੇ ਤੇ ਬੈਸਣਾ, ਤੇ ਜਾਂ ਫਿਰ ਜਿਹੜੇ ਬੰਦ ਕਟਾ ਗਏ, ਪੁਰਾਣੇ ਬੰਦ ਜਿਨ੍ਹਾਂ ਨੇ ਕਟਾਏ ਸੀ, ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ। ਮਹਾਰਾਜ ਸਾਹਿਬ ਕਿਰਪਾ ਕਰਨ, ਜਿਹੜੇ 84 ਚ ਬੰਦ ਕਟਾ ਕੇ, ਮੈਂ ਹੁਣ ਉਹਨਾਂ ਦੀ ਗੱਲ ਕਰ ਰਿਹਾ। ਜਿਨ੍ਹਾਂ ਨੇ ਤੁਹਾਡਾ ਕਰਕੇ ਜਿਉਂਦਿਆਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਜਿਨ੍ਹਾਂ ਨੇ ਇਹ ਗੱਲ ਕਹਿਤੀ, ਉਹ ਭਲਿਓ ਐਨਕਾਊਂਟਰ ਤੇ ਮੇਰਾ ਕਰ ਹੀ ਦੇਣਾ, ਪਰ ਕਰਿਓ ਉੱਥੇ ਜਿੱਥੋਂ ਮੇਰੀ ਮਾਂ ਮੈਨੂੰ ਆਸਾਨੀ ਨਾਲ ਲੱਭ ਲਵੇ। ਉਹਨਾਂ ਦਾ ਇਤਿਹਾਸ ਦ੍ਰਿੜ ਕਰਨਾ, ਤੇ ਜਾਂ ਫਿਰ ਆਹ ਟੁੱਚੀਆਂ ਗੱਲਾਂ ਤੇ ਇੱਕ ਦੂਜੇ ਨਾਲ ਬੈਸੀ ਜਾਣਾ, ਇਹ ਮੈਨੂੰ ਤੁਸੀਂ ਦੱਸ ਦਿਓ। ਤੁਸੀਂ ਸਿੱਖੋ ਲੰਗਰ ਪ੍ਰਸ਼ਾਦਿਆਂ ਦੀ ਭੁੱਖ ਲੈਣੀ ਆ, ਤੁਸੀਂ ਇਹ ਕਹਿਣਾ ਵੀ ਸਾਨੂੰ 50,000 ਦੇ ਦੇ, ਸਾਨੂੰ ਲੱਖ ਰੁਪਈਆ ਦੇ ਦੇ, ਸਾਨੂੰ 30,000 ਦੇ ਦੇ, ਇਹ ਕੰਮ ਕਰਨਾ। ਜਾਂ ਗੱਲ ਇਹ ਕਹਿਣੀ ਆ, ਮਹਾਰਾਜ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਸੋਚ ਯੂਨੀਵਰਸਿਟੀਆਂ ਦੇ ਵਿੱਚੋਂ ਆਦੇ ਬੱਚਿਆਂ ਨੂੰ ਪੜਾਉਣੀ ਆ, ਮੈਂ ਤੁਹਾਡੇ ਤੇ ਛੱਡਦਾ। ਜਾਂ ਤੇ ਇੱਕੋ ਕੰਮ ਕਰ ਲਓ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਮਹਾਰਾਜ ਸਾਹਿਬ ਕਿਰਪਾ ਕਰਨ, ਸਾਰੇ ਇੱਕ ਮੰਚ ਤੇ ਇਕੱਠੇ ਹੋ ਜਾਓ। ਭਾਵੇਂ ਸਾਡਾ ਕੋਈ ਵਿਰੋਧੀ ਆ, ਭਾਵੇਂ ਕਿਸੇ ਨੂੰ ਲੱਗਦਾ ਮਲਕੀਤ ਸਿੰਘ ਹੁਣੀ ਸਾਡੇ ਵਿਰੋਧ ਦੇ ਵਿੱਚ ਖੜੇ ਨੇ, ਬਹੁਤ ਲੋਕ ਨੇ ਜਿਹੜੇ ਸੋਚਦੇ ਨੇ ਅਸੀਂ ਉਹਨਾਂ ਤੋਂ ਈਰਖਾ ਕਰਦੇ ਹਾਂ। ਲੋ ਮੈਂ ਸਾਰਿਆਂ ਦੇ ਪੈਰਾਂ ਦੇ ਵਿੱਚ ਬਹਿ ਕੇ, ਚਰਨਾਂ ਦੇ ਵਿੱਚ ਸਿਰ ਰੱਖ ਕੇ ਬੇਨਤੀ ਕਰਦਾ, ਆਓ ਭਲਿਓ ਤੁਸੀਂ ਅੱਗੇ ਲੱਗ ਕੇ ਚਲੋ, ਅਸੀਂ ਤੁਹਾਡੇ ਮਗਰ ਚੱਲਦੇ ਹਾਂ। ਆਓ ਆਪਾਂ ਜਿਹੜੀ ਗੱਲ ਆ ਉਹ ਸਿੱਖੀ ਦੀ ਕਰੀਏ। ਆਓ ਆਪਾਂ ਜਿਹੜੀ ਹੈਗੀ ਆ ਬੇਨਤੀ ਰੂਪ ਦੇ ਵਿੱਚ ਕਹਿ ਰਹੇ ਹਾਂ ਜਥੇਦਾਰ ਸਾਹਿਬ ਨੂੰ ਕਰੀਏ। ਮੈਂ ਨਹੀਂ ਕਹਿੰਦਾ ਆਪਾਂ ਕਿਸੇ ਦੇ ਖਿਲਾਫ ਦਾ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਈਏ, ਮੰਦੀ ਚੰਗੀ ਭਾਸ਼ਾ ਬੋਲਣੀ ਸ਼ੁਰੂ ਕਰ ਦਈਏ, ਨਹੀਂ। ਜਥੇਦਾਰ ਸਾਹਿਬ ਨੂੰ ਸਤਿਕਾਰ ਸਹਿਤ ਕਹੀਏ। ਜਿੰਨੀਆਂ ਸਾਡੀਆਂ ਸੰਪਰਦਾਵਾਂ ਨੇ, ਸਾਡੇ ਬੁੱਧੀਜੀਵੀ ਨੇ, ਸਾਰੇ ਰਲ ਕੇ ਮਿਲ ਕੇ ਅਕਾਲ ਤਖਤ ਸਾਹਿਬ ਤੇ ਜਾਓ, ਤੇ ਜਥੇਦਾਰ ਨੂੰ ਸਾਹਿਬ ਨੂੰ ਕਹੋ ਕਿ ਜਥੇਦਾਰ ਸਾਹਿਬ ਅਸੀਂ ਆਪਣਾ ਐਜੂਕੇਸ਼ਨ ਢਾਂਚਾ ਸਾਂਭਣਾ, ਸਕੂਲ ਲੈਵਲ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਅਸੀਂ ਆਪਣਾ ਜਿਹੜਾ ਵਿਦਿਅਕ ਢਾਂਚਾ ਉਹਨੂੰ ਦਰੁਸਤ ਕਰਨਾ ਆ। ਜੇ ਮਿਸ਼ਨਰੀ ਜਿਹੜੇ ਸੌਰੀ ਉਹ ਦੂਜੇ ਆ ਈਸਾਈ ਆ, ਉਹ ਆਣ ਕੇ ਤੁਹਾਡੀ ਐਜੂਕੇਸ਼ਨ ਦੇ ਉੱਤੇ ਕਾਬਜ ਹੋ ਸਕਦੇ ਆ, ਤੁਸੀਂ ਆਪਣਾ ਐਜੂਕੇਸ਼ਨ ਢਾਂਚਾ ਕਦੋਂ ਸਾਂਭਣਾ? ਤੁਸੀਂ ਰੋਜ਼ ਇੱਕ ਨਵਾਂ ਸਕੂਲ ਦਾ ਉਦਘਾਟਨ ਕਰੀ ਚਲੋ, ਲੱਖ ਕਰੀ ਚਲੋ, ਜਿੰਨਾ ਚੱਕਰ ਬੋਰਡ ਹੀ ਤੁਹਾਡੇ ਕੋਲ ਨਾ ਆਏ ਸਕੂਲਾਂ ਦੇ, ਉਹਨਾਂ ਚੱਕਰ ਪੜਾਓਗੇ ਕੀ? ਜਾਂ ਤੁਹਾਨੂੰ ਜਿਹੜੀ ਹੈਗੀ ਆ ਉਹ ਸਰਕਾਰੀ ਜੋ ਤੁਹਾਨੂੰ ਆ ਰਿਹਾ ਉਹ ਪੜਾਉਣਾ ਪਊਗਾ, ਤੇ ਜਾਂ ਤੁਹਾਡੇ ਕੋਲ ਜਿਹੜਾ ਹੈਗਾ ਆ ਵੀ ਆਪਣੇ ਆਹ ਈਸਾਈਆਂ ਦਾ ਉਹ ਪੜਾਉਣਾ ਪਊਗਾ। ਆਪਣਾ ਕਦੋਂ ਬੋਰਡ ਤਿਆਰ ਕਰਨਾ? ਇਹਨਾਂ ਗੱਲਾਂ ਤੇ ਵਿਚਾਰ ਕਦੋਂ ਕਰਨੀ ਆ? ਇਹ ਮੈਂ ਤੁਹਾਡੇ ਤੇ ਛੱਡਦਾ। ਇੱਕ ਗੱਲ ਹੋਰ, ਸ਼੍ਰੋਮਣੀ ਕਮੇਟੀ ਦੇ ਨੱਕ ਥੱਲੇ ਭਾਈ ਰਵੀ ਸਿੰਘ ਦਾ ਵਿਰੋਧ ਕਰਨ ਵਾਲਿਓ, ਇਸ ਗੱਲ ਦਾ ਮੈਨੂੰ ਜਵਾਬ ਦਈਓ। ਸ਼੍ਰੋਮਣੀ ਕਮੇਟੀ ਦੇ ਨੱਕ ਦੇ ਥੱਲੇ ਇੱਕ ਧੀਆਂ ਭੈਣਾਂ ਦੀ ਇੱਜ਼ਤ ਨਾਲ ਖੇਡਣ ਵਾਲਾ ਰਾਮਪਾਲ ਆਪਣੀ 20,000 ਤੋਂ ਉੱਤੇ ਬੁੱਕ ਵੰਡ ਗਿਆ। ਉਹ ਤੁਹਾਡੇ ਕੋਲ ਬਹਿ ਕੇ, ਤੁਹਾਡੇ ਕੁੱਛੜ ਬਹਿ ਕੇ ਤੁਹਾਡੀ ਦਾੜੀ ਖੋ ਰਿਹਾ। ਸ਼੍ਰੋਮਣੀ ਕਮੇਟੀ ਨੇ ਕਦੋਂ ਉਹਦੀ ਬੁੱਕ ਬੰਦ ਕਰਨੀ ਆ? ਕਦੋਂ ਉਹਨੂੰ ਅੰਮ੍ਰਿਤਸਰ ਦੇ ਵਿੱਚੋਂ ਵਿਕਣਾ ਬੰਦ ਕਰਨਾ? ਮੈਨੂੰ ਦੱਸਿਓ। ਕਿ ਹੁਣ ਸਾਡੇ ਬੱਚੇ ਜਿਹੜੇ ਆ, ਉਹ ਇੱਕ ਰੇਪੀਅਸਟ ਬੰਦਾ ਜਿਹੜਾ, ਜਾਂ ਮਹਾਰਾਜ ਸਾਹਿਬ ਦੀ ਬਾਣੀ ਨੂੰ ਬਦਲ ਕੇ ਅਸੀਂ ਉਹਦੇ ਨਾਲ ਡਿਬੇਟ ਕੀਤੀ, ਉਹ ਡਿਬੇਟ ਨੈਟ ਦੇ ਭਾਈ ਰਣਜੀਤ ਸਿੰਘ ਜੀ ਜਰਮਨ ਵਾਲੇ, ਉਹਨਾਂ ਨੇ ਗੁਰਮੁਖ ਪਿਆਰਿਆਂ ਨੇ ਸਿਰ ਡਾਹਤਾ ਆਪਣਾ ਇਸ ਕੰਮ ਦੇ ਵਿੱਚ, ਪਰ ਕਿਸੇ ਨੇ ਬਾਹ ਨਾ ਫੜੀ। ਹੁਣ ਤੁਸੀਂ ਦੱਸਿਓ ਇਹ ਮੰਗਾਂ ਅਸੀਂ ਕਿਹਦੇ ਅੱਗੇ ਰੱਖੀਏ? ਜੇ ਤੁਸੀਂ ਕਹਿੰਦੇ ਹੋ ਵੀ ਇਹ ਮੰਗਾਂ ਅਸੀਂ ਭਾਈ ਰਵੀ ਸਿੰਘ ਤੇ ਰੱਖੀਏ, ਚਲੋ ਮੇਰੇ ਨਾਲ ਆਪਾਂ ਰੱਖਣ ਚੱਲੀਏ, ਜੇ ਭਾਈ ਰਵੀ ਸਿੰਘ ਇਹਨੂੰ ਹੱਲ ਕਰ ਸਕਦਾ। ਤੇ ਜਾਂ ਫਿਰ ਜਥੇਦਾਰ ਸਾਹਿਬ ਹੱਲ ਕਰ ਸਕਦੇ ਆ, ਸ਼੍ਰੋਮਣੀ ਕਮੇਟੀ ਹੱਲ ਕਰ ਸਕਦੀ ਆ। ਕੋਈ ਪੋਸਟਾਂ ਨਾ ਪਾਓ ਖਿਲਾਫਤ ਦੇ ਵਿੱਚ, ਕੋਈ ਕੁਝ ਨਾ, ਇੱਕੋ ਪੋਸਟ ਪਾਓ ਵੀ ਭਾਈ ਇਕੱਠੀ ਹੋ ਕੇ ਚੱਲਣਾ ਆ, ਤੇ ਸਾਨੂੰ ਜਿਹੜੇ ਸ਼੍ਰੋਮਣੀ ਕਮੇਟੀ ਆ ਚੀਜ਼ਾਂ ਕਰਵਾ ਕੇ ਦੇਵੇ।
ਦਬਾਅ ਬਣਾਓਗੇ, ਕੰਮ ਹੋ ਜਾਊਗਾ। ਘਟੀਆ ਬੋਲੀ ਬੋਲੋਗੇ, ਤੁਹਾਨੂੰ ਇਗਨੋਰ ਕਰ ਦੇਣਗੇ। ਮਹਾਰਾਜ ਸਾਹਿਬ ਕਿਰਪਾ ਕਰਨ। ਬਾਕੀ ਜਿਹੜਾ 84 ਦਾ ਉਹ ਇਤਿਹਾਸ ਆ, ਉਹ ਤੁਹਾਡੇ ਸਾਹਮਣੇ ਰੱਖਾਂਗੇ। ਮੈਂ ਸੱਚ ਕਰਕੇ ਜਾਣਿਓ, ਜਦੋਂ ਇਤਿਹਾਸ ਸੁਣਿਆ ਤੇ ਮੇਰੇ ਕੋਲ ਆਪਣੇ ਹੰਝੂ ਨਹੀਂ ਰੋਕੇ ਗਿਆ। ਹਾਲਾਂਕਿ ਸਿੱਖ ਨੂੰ ਕਦੀ ਹੰਝੂ ਨਹੀਂ ਵਹਾਉਣੇ ਚਾਹੀਦੇ, ਪਰ ਰੋਕੇ ਨਾ ਗਏ, ਕਿਉਂਕਿ ਪੱਥਰ ਵੀ ਪਾੜ ਜਾਣਗੇ ਉਸ ਇਤਿਹਾਸ ਨੂੰ ਸੁਣ ਕੇ। ਤੁਹਾਡੇ ਨਾਲ ਹੋਇਆ ਕੀ ਆ ਸਿੱਖੋ? ਤੇ ਸਭ ਤੋਂ ਮਾੜੀ ਤੁਹਾਡੇ ਨਾਲ ਉਹਨਾਂ ਨੇ ਕੀਤੀ ਆ, ਜਿਨ੍ਹਾਂ ਨੇ ਤੁਹਾਨੂੰ 35 ਸਾਲ ਪੁਰਾਣਾ ਇਤਿਹਾਸ ਹੀ ਨਹੀਂ ਦੱਸਿਆ। ਉਹ ਮਰਜੀਵੜਿਆਂ ਬਾਰੇ ਤੁਹਾਨੂੰ ਦੱਸਿਆ ਹੀ ਕਿਸੇ ਨੇ ਨਹੀਂ। ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਸਾਰੇ ਕਹਿੰਦੇ ਨੇ ਸਿੱਖਾਂ ਨੇ ਇਤਿਹਾਸ ਨਹੀਂ ਸਾਂਭਿਆ। ਗੁਰਮੁਖ ਪਿਆਰਿਓ, ਯਾਦ ਰੱਖਿਓ, ਸਿੱਖਾਂ ਨੇ 30-35 ਸਾਲ ਬਾਅਦ ਅਜਿਹਾ ਹਰ ਵਾਰੀ ਇਤਿਹਾਸ ਲਿਖ ਦਿੱਤਾ, ਸਿਰਜ ਦਿੱਤਾ ਨਵਾਂ, ਕਿ ਪੁਰਾਣਾ ਆਪਣੇ ਆਪ ਰਿਪੀਟ ਕਰ ਦਿੱਤਾ। ਪਰ ਐਤਕੀ ਅਸੀਂ 35 ਸਾਲ ਪੁਰਾਣਾ ਭੁੱਲ ਗਏ। ਤਾਂ 35 ਸਾਲ ਬੀਤਣ ਤੋਂ ਬਾਅਦ ਅਸੀਂ ਪੁਰਾਣਾ ਇਤਿਹਾਸ ਜਿਹੜਾ ਆ, ਉਹ ਅਸੀਂ ਆਪਣੇ ਤਨ ਦੇ ਉੱਤੇ ਸਿਰਜ ਨਹੀਂ ਪਾ ਰਹੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਇਸ ਗੱਲ ਦਾ, ਇੱਕ ਵਾਰੀ ਆਪਦੇ ਬੱਚਿਆਂ ਨੂੰ 35 ਸਾਲ ਪੁਰਾਣਾ ਇਤਿਹਾਸ ਦ੍ਰਿੜ ਕਰਾ ਦਿਓ, ਜੇ ਤੁਹਾਨੂੰ ਨਵੇਂ ਸਿਰੋਂ ਸਿਰਜ ਕੇ ਇਹਨਾਂ ਨੇ ਦੇ ਦਿੱਤਾ। ਯੂਥ ਨੇ ਤੁਹਾਨੂੰ ਦੱਸ ਦਿੱਤਾ ਦਿੱਲੀ ਪਹੁੰਚ ਕੇ, ਵੀ ਸਾਨੂੰ ਇੰਨਾ ਕੁ ਟਾਈਮ ਲੱਗਣਾ ਦਿੱਲੀ ਪਹੁੰਚਣ ਨੂੰ, ਪਰ ਮਾਰ ਲਿਆ ਸਾਨੂੰ, ਕਿ ਸਾਨੂੰ ਆਪਸ ਵਿੱਚ ਹੀ ਪਾੜ ਪਾੜ ਕੇ ਕਿੰਨੇ ਥਾਂ ਕਰ ਦਿੱਤਾ। ਪਰ ਨਾ ਸਾਡੇ ਜਥੇਦਾਰ ਨੂੰ ਸਾਡੇ ਤੇ ਤਰਸ ਆਵੇ, ਨਾ ਸਾਡੀ ਸ਼੍ਰੋਮਣੀ ਕਮੇਟੀ ਨੂੰ ਤਰਸ ਆਵੇ, ਤੇ ਸਵਾਲ ਅਸੀਂ ਕਰਨੇ ਨੇ ਰਵੀ ਸਿੰਘ ਨੂੰ। ਹੁਣ ਫੈਸਲਾ ਤੁਹਾਡੇ ਤੇ ਆ, ਮਰਜ਼ੀ ਆ ਆਪਸ ਵਿੱਚ ਲੜੀ ਜਾਇਓ, ਮਰਜ਼ੀ ਆ ਇਕੱਠੇ ਹੋ ਜਿਓ, ਤੇ ਜੇ ਸਾਥ ਦੇਣਾ ਆ ਤੇ ਉਡੀਕ ਰੱਖਿਓ। ਅਸੀਂ ਆ ਜੂਨ ਮਹੀਨੇ ਦੇ ਵਿੱਚ ਤੁਹਾਨੂੰ ਸਾਰਾ ਸੱਚ ਲਿਆ ਕੇ ਦੱਸਾਂਗੇ, ਵੀ ਆ ਔਰ ਬਕਾਇਦਾ ਤੱਥਾਂ ਦੇ ਆਧਾਰ ਤੇ ਦੱਸਾਂਗੇ ਵੀ ਤੁਹਾਡੇ ਨਾਲ ਕੀ ਹੋ ਰਿਹਾ। ਤੇ ਫਿਰ ਉਹਦੇ ਵਿੱਚ ਜਿਹਦਾ ਜਿਹਦਾ ਦਿਲ ਕਰੂਗਾ ਸਾਥ ਦੇ ਦਿਓ, ਜਿਹਦਾ ਜਿਹਦਾ ਦਿਲ ਕਰੂਗਾ ਉਹ ਇਗਨੋਰ ਕਰ ਦਿਓ। ਪਰ ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਇਹ ਅਰਦਾਸ ਜ਼ਰੂਰ ਕਰਿਓ ਕਿ ਮਹਾਰਾਜ ਸਾਹਿਬ ਜੀ ਹੰਕਾਰ ਤੋਂ ਰਹਿਤ ਕਰਕੇ, ਮਹਾਰਾਜ ਸਾਹਿਬ ਜੀ ਕਿਸੇ ਦਾ ਵੈਰ ਵਿਰੋਧ ਤੋਂ ਰਹਿਤ ਕਰਕੇ, ਤੇ ਸਾਨੂੰ ਜਿਹੜਾ ਹੈਗਾ ਉਹ ਇਤਿਹਾਸ ਤੁਹਾਡੇ ਸਨਮੁਖ ਰੱਖਣ ਦਾ ਬਲ ਬਖਸ਼ਣ। ਤੇ ਸਰਸਾ ਸਾਹਿਬ ਜੀ, ਮੈਨੂੰ ਤੁਹਾਨੂੰ ਅਗੇਨ ਬੇਨਤੀ ਆ, ਅਸੀਂ ਤੁਹਾਡੇ ਕੋਈ ਵਿਰੋਧੀ ਨਹੀਂ ਆ। ਚੰਗਾ ਕਰੋਗੇ, ਚੰਗਾ ਹੀ ਕਹਾਂਗੇ। ਮਹਾਰਾਜ ਸਾਹਿਬ ਕਿਰਪਾ ਕਰਨ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਉਹ 2 ਕਰੋੜ ਦਾ ਚੈੱਕ ਅਮਿਤਾਭ ਬੱਚਨ ਦੇ ਮੂੰਹ ਤੇ ਮਾਰੋ, ਤੇ ਮਾਰ ਕੇ ਇਹ ਗੱਲ ਕਹੋ, ਅਮਿਤਾਭ ਬੱਚਨ, ਇਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਸੇਵਾਵਾਂ ਚੱਲ ਰਹੀਆਂ, ਇਹ ਗੁਰੂ ਨਾਨਕ ਦਾ ਦਰ ਆ। ਤੇਰੇ ਵਰਗੇ ਕਾਤਲਾਂ ਦੀਆਂ ਜਿਹੜੇ ਦਿੱਤੇ ਕੋਈ 2 ਕਰੋੜ ਜਾਂ 4 ਕਰੋੜ, ਉਹਨਾਂ ਸਿਰ ਤੇ ਇਹ ਗੁਰੂ ਘਰਾਂ ਦੇ ਪ੍ਰਬੰਧ ਨਹੀਂ ਚੱਲਦੇ। ਕਿਉਂਕਿ ਜੇ ਮਾਇਆ ਸਿਰ ਤੇ ਪ੍ਰਬੰਧ ਚੱਲਦਾ ਹੁੰਦਾ, ਤੇ ਜਿੱਦਣ ਦਿੱਲੀ ਦੇ ਵਿੱਚ ਜਗ੍ਹਾ ਜਗ੍ਹਾ ਸਿੱਖਾਂ ਨੂੰ ਅੱਗ ਲਾ ਕੇ ਸਾੜਿਆ ਜਾ ਰਿਹਾ ਸੀ, ਉਦਣ ਇਹ ਗੁਰੂ ਘਰਾਂ ਦਾ ਪ੍ਰਬੰਧ ਕਿਹੜੇ ਪੈਸੇ ਨਾਲ ਚੱਲਿਆ? ਕੋਈ ਮੈਨੂੰ ਇੱਕ ਬਾਹ ਖੜੀ ਕਰਕੇ ਇੰਨੀ ਗੱਲ ਦੱਸੋ, ਵੀ ਜਿੱਥੇ ਕਿਹੜੇ ਗੁਰੂ ਘਰ ਦੇ ਵਿੱਚ ਉਸ ਮਾੜੇ ਹਾਲਾਤਾਂ ਦੇ ਵਿੱਚ ਲੰਗਰ ਨਹੀਂ ਚੱਲਿਆ। ਤੇ ਜਾਂ ਕਿਸੇ ਸਿੱਖ ਨੇ ਇਹ ਗੱਲ ਕਹੀ ਹੋਵੇ, ਅਸੀਂ ਕਿਸੇ ਹਿੰਦੂ ਨੂੰ ਲੰਗਰ ਨਹੀਂ ਛਕਾਉਣਾ, ਜਾਂ ਮੁਸਲਮਾਨ ਨੂੰ ਨਹੀਂ ਛਕਾਉਣਾ, ਕ੍ਰਿਸਚਨ ਨੂੰ ਨਹੀਂ ਛਕਾਉਣਾ। ਮਹਾਰਾਜ ਸਾਹਿਬ ਕਿਰਪਾ ਕਰਨ। ਮਾਣ ਆ ਸਾਨੂੰ ਆਪਣਿਆਂ ਸ਼ਹੀਦਾਂ ਤੇ, ਆਪਣਿਆਂ ਉਹਨਾਂ ਗੁਰਮੁਖ ਪਿਆਰਿਆਂ ਤੇ। ਇਹੋ ਜਿਹੀ ਬਲਦੀ ਅੱਗ ਦੇ ਵਿੱਚ ਵੀ ਜਿਹੜਾ ਸੀਗਾ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨ, ਉਹਦੇ ਉੱਤੇ ਪਹਿਰਾ ਦਿੰਦੇ ਹੋਏ ਸਾਰਿਆਂ ਨੂੰ ਇੱਕ ਪੰਗਤ ਦੇ ਵਿੱਚ ਲੰਗਰ ਛਕਾਇਆ ਉਹਨਾਂ ਗੁਰਮੁਖ ਪਿਆਰਿਆਂ ਨੇ। ਤੇ ਜੇ ਉਦੋਂ ਇੰਨੇ ਕਤਲੇਆਮ ਦੇ ਵਿੱਚ ਲੰਗਰ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਚੱਲਿਆ ਸੀ, ਤਾਂ ਸਰਸਾ ਸਾਹਿਬ ਅੱਜ ਵੀ ਸਾਨੂੰ ਅਮਿਤਾਭ ਬੱਚਨ ਵਰਗੇ ਕਿਸੇ ਕਾਤਲ ਦੀ ਲੋੜ ਨਹੀਂ ਹੈਗੀ। ਸਾਡੇ ਗੁਰੂ ਘਰਾਂ ਦੇ ਜਿਹੜੇ ਪ੍ਰਬੰਧ ਨੇ, ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਚੱਲਦੇ ਨੇ। ਤੁਹਾਡੇ ਨਾਲ ਕੋਈ ਵੈਰ ਵਿਰੋਧ ਨਹੀਂ। ਚਰਨਾਂ ਦੇ ਵਿੱਚ ਚਰਨਾਂ ਵਿੱਚ ਸਰ ਰੱਖ ਕੇ ਬੇਨਤੀ ਹੈ, ਸਰਸਾ ਸਾਹਿਬ, ਰੱਬ ਦਾ ਵਾਸਤਾ ਦਾ ਚੈੱਕ ਉਹਨੂੰ ਵਾਪਸ ਕਰੋ। ਮੈਂ ਉਮੀਦ ਕਰਦਾ ਕਿ ਤੁਸੀਂ ਸਾਡੀਆਂ ਭਾਵਨਾਵਾਂ ਨੂੰ ਸਮਝੋਗੇ। ਤੇ ਜਿਹੜਾ ਮਨਜੀਤ ਸਿੰਘ ਜੀ ਕੇ, ਜਿਹੜਾ ਤੂੰ ਵਿਰੋਧ ਕਰਨ ਡਿਆ ਨਾ, ਬਸ ਕਰੋ, ਕੋਈ ਮੌਕਾ ਜਾਣ ਦਿਓ। ਰੱਬ ਦਾ ਵਾਸਤਾ, ਜੇ ਤੁਹਾਨੂੰ ਕੋਈ ਦੁੱਖ ਹੁੰਦਾ ਨਾ ਅੰਦਰੋਂ, ਤੇ ਤੁਸੀਂ ਉੱਥੇ ਜਾ ਕੇ ਇੱਧਰ ਉੱਧਰ ਭੱਜਣ ਤੇ ਸੋਸ਼ਲ ਮੀਡੀਆ ਤੇ ਬਿਆਨ ਦੇਣ ਨੂੰ ਚੰਗਾ ਸੀ ਜਾ ਕੇ ਤੇ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਨਾਲ ਮੀਟਿੰਗ ਕਰਦੇ, ਵੀ ਲੱਖ ਅਸੀਂ ਇੱਕ ਦੂਜੇ ਦੇ ਵਿਰੋਧੀ ਹੋਵਾਂਗੇ, ਅਸੀਂ ਪ੍ਰਬੰਧ ਆਪਣਾ ਕਹਿੰਦੇ ਵੀ ਅਸੀਂ ਚਲਾਉਣਾ, ਤੁਸੀਂ ਕਹਿੰਦੇ ਤੁਸੀਂ ਚਲਾਉਣਾ, ਉਹ ਫੈਸਲੇ ਆਪਾਂ ਫੇਰ ਕਦੀ ਕਰਾਂਗੇ। ਇੱਥੇ ਭਰਾ ਬਣ ਕੇ ਆਪਾਂ ਇੱਕ ਫੈਸਲਾ ਕਰੀਏ ਵੀ ਅਸੀਂ ਉਸ ਕਾਤਲ ਦਾ ਜਿਹੜਾ ਹੈਗਾ ਦਿੱਤਾ ਪੈਸਾ ਉਹਦਾ ਵਾਪਸ ਕਰੀਏ, ਅਸੀਂ ਉਹਦਾ ਸਹਾਨ ਨਹੀਂ ਲੈਣਾ, ਤੇ ਗੱਲ ਬੜੀ ਜਲਦੀ ਖਤਮ ਹੋ ਸਕਦੀ। ਪਰ ਤੁਹਾਨੂੰ ਸ਼ੌਂਕ ਚੜ ਗਿਆ ਹਰ ਗੱਲ ਨੂੰ ਸੋਸ਼ਲ ਮੀਡੀਆ ਤੇ ਲਿਆਉਣ ਦਾ। ਸੋ ਮਨਜੀਤ ਸਿੰਘ ਜੀਕੇ ਜੀ, ਤੁਹਾਡੇ ਚਰਨਾਂ 'ਚ ਵੀ ਬੇਨਤੀ ਆ, ਤੇ ਸਰਸਾ ਸਾਹਿਬ ਤੁਹਾਡੇ ਚਰਨਾਂ 'ਚ ਵੀ ਬੇਨਤੀ ਆ, ਉਹਦਾ ਪੈਸਾ ਉਹਨੂੰ ਵਾਪਸ ਕਰਕੇ ਭਰਾਵਾਂ ਦੇ ਤੌਰ ਤੇ ਕੋਈ ਬਹਿ ਕੇ ਫੈਸਲਾ ਕਰ ਲਓ। ਤੇ ਜਥੇਦਾਰ ਸਾਹਿਬ ਜੀ, ਤੁਹਾਡਿਆਂ ਚਰਨਾਂ 'ਚ ਅਗੇਨ ਸਾਡੀ ਬੇਨਤੀ ਆ, ਕੋਈ ਰੱਬ ਦਾ ਵਾਸਤਾ ਕੌਮ ਦੀ ਮਾੜੀ ਮੋਟੀ ਸਾਰ ਲੈ ਲਓ। ਤੇ ਉਹ ਤੁਸੀਂ ਆਪ ਪੜ੍ਹੇ ਲਿਖੇ ਹੋ, ਤੁਹਾਨੂੰ ਪਤਾ ਆ ਐਜੂਕੇਸ਼ਨ ਅੱਜ ਦੇ ਦੌਰ ਦੇ ਵਿੱਚ ਕਿੰਨੀ ਜ਼ਰੂਰੀ ਆ। ਤੇ ਐਜੂਕੇਸ਼ਨ ਦੇ ਨਾਂ ਤੇ ਤੁਹਾਡੇ ਬੱਚਿਆਂ ਨੂੰ ਨਾਸਤਕ ਬਣਾਇਆ ਜਾ ਰਿਹਾ। ਕੋਈ ਮਾੜੀ ਮੋਟੀ ਸਾਰ ਲੈ ਲਓ। ਤੁਸੀਂ ਸਾਨੂੰ ਕਿਹਾ ਸੀ ਕਿ ਅਕਾਲੀ ਫੂਲਾ ਸਿੰਘ ਬਣਨ ਨੂੰ ਤਾਂ ਅਸੀਂ ਬਣ ਸਕਦੇ ਹਾਂ, ਪਰ ਕੌਮ ਜਿਹੜੀ ਹੈ ਸਾਥ ਨਹੀਂ ਦੇ ਰਹੀ। ਸਾਡੇ ਇੱਕ ਵਾਰੀ ਸਾਨੂੰ ਹੁਕਮ ਕਰੋ, ਇਹ ਅਕਾਲ ਤਖਤ ਸਾਹਿਬ ਤੇ ਆਪਦੇ ਸਿਰ ਲੈ ਕੇ ਆਉਂਦੇ ਆ,
ਜਿੰਨੇ ਸਿਰ ਵੱਢ ਕੇ ਸਾਡੀ ਪਰਖ ਕਰਨੀ ਕਰ ਲਓ, ਤੇ ਫੇਰ ਕਹਿ ਦਿਓ ਵੀ ਹਾਂ ਵੀ ਹੁਣ ਅਕਾਲੀ ਫੂਲਾ ਸੰਘ ਵਾਂਗੂ ਕੌਮ ਮੇਰੇ ਨਾਲ ਖੜ ਗਈ ਆ, ਤੇ ਫੇਰ ਮੈਂ ਫੈਸਲੇ ਲੈਣੇ ਆ। ਰੱਬ ਦਾ ਵਾਸਤਾ ਗਿਆਨੀ ਹਰਪ੍ਰੀਤ ਸਿੰਘ ਜੀ, ਕੁਝ ਕਰੋ। ਕੋਈ ਸਿੱਖਾਂ ਦਾ ਆਪਣਾ ਬੋਰਡ ਬਣਾਓ ਬੱਚਿਆਂ ਦਾ, ਐਜੂਕੇਸ਼ਨ ਬੋਰਡ ਹੋਵੇ। ਕੋਈ ਜਿਹੜੀਆਂ ਤੁਹਾਡੀਆਂ ਯੂਨੀਵਰਸਿਟੀਆਂ ਨੇ, ਉੱਥੇ ਕਮ ਸੇ ਕਮ ਆਪਣਾ ਪ੍ਰਬੰਧ ਜਿਹੜਾ ਹੈਗਾ, ਉਹਦੀ ਕੋਸ਼ਿਸ਼ ਕਰੋ। ਤੇ ਕੈਪਟਨ ਨੇ ਤੇ ਜੋ ਕਰਨਾ ਉਹ ਕਰੀ ਜਾਂਦਾ, ਕਾਂਗਰਸ ਨਾਲ ਪਹਿਲੋਂ ਕਦੀ ਸਿੱਖਾਂ ਦੀ ਬਣੀ ਨਾ ਨੇ ਹੁਣ ਬਣਨਾ। ਤੇ ਸ਼੍ਰੋਮਣੀ ਕਮੇਟੀ ਨੂੰ ਸਾਡੀ ਬੇਨਤੀ ਆ ਵੀ ਭਾਈ ਮਾੜਾ ਮੋਟਾ ਜਿਹਾ ਤਾਂ ਹਿੱਲ ਲਓ। ਕੋਈ ਮਹਾਰਾਜ ਸਾਹਿਬ ਕਿਰਪਾ ਕਰਨ, ਕਿਤੇ ਅਸੀਂ ਵੀ ਤੁਹਾਡੇ ਬਾਰੇ ਕਹਿ ਸੀਗੇ ਵੀ ਸ਼੍ਰੋਮਣੀ ਕਮੇਟੀ ਕੋਈ ਕੰਮ ਕਰ ਰਹੀ ਆ, ਜਾਗ ਜਾਓ ਮਾੜਾ ਮੋਟਾ। ਕਿ ਬਸ ਆਹ ਹੀ ਆ ਵੀ ਸਾਨੂੰ ਕੀ ਵਿਰੋਧ ਤਾਂ ਰਵੀ ਸਿੰਘ ਦਾ ਕਰਾਈ ਜਾਂਦੇ ਅਸੀਂ, ਏਦਾਂ ਨਾ ਕਰੋ। ਕੋਈ ਮਾੜਾ ਮੋਟਾ ਜਿਹੜਾ ਹੈਗਾ ਤੁਹਾਡੇ ਨੱਕ ਦੇ ਥੱਲੇ ਉਹ ਜਿਹੜਾ ਰੇਪੀਅਸ ਸਾਧ ਦੀਆਂ ਕਿਤਾਬਾਂ ਵੰਡਣ ਡਿਆ, ਉੱਤੇ ਰੋਕ ਲਾਓ ਮਾੜੀ ਮੋਟੀ। ਤੇ ਕੋਈ ਜਿਹੜਾ ਹੈਗਾ ਕੋਈ ਸੁਚੱਜੇ ਢੰਗ ਦਾ ਪ੍ਰਬੰਧ ਚਲਾ ਲਓ, ਰੱਬ ਦਾ ਹੀ ਵਾਸਤਾ ਆ। ਨਹੀਂ ਤਾਂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਉਹ ਸਾਰੇ ਜਿਹੜਾ ਕਾਇਨਾਤ ਦਾ ਮਾਲਕ ਆ, ਉਹਦੇ ਅੱਗੇ ਕੋਈ ਚੁਸਤ ਚਲਾਕੀ ਨਹੀਂ ਚੱਲਣੀ। ਇਹ ਅੱਜ ਤਾਂ ਚੁਸਤ ਚਲਾਕੀਆਂ ਚੱਲ ਸਕਦੀਆਂ ਵੀ ਰਵੀ ਸਿੰਘ ਦਾ ਵਿਰੋਧ ਹੋਈ ਜਾਂਦਾ, ਸਾਨੂੰ ਕੋਈ ਪੁੱਛਦਾ ਨਹੀਂ। ਪਰ ਯਾਦ ਰੱਖਿਓ, ਮਹਾਰਾਜ ਸਾਹਿਬ ਨੇ ਜਿੱਦਣ ਸਵਾਲ ਕਰਨੇ ਨੇ, ਉਦਣ ਜਵਾਬ ਨਹੀਂ ਦਿੱਤੇ ਜਾਣੇ। ਅਗੇਨ ਜੀ, ਜੇ ਕਿਸੇ ਨੂੰ ਲੱਗੇ ਕਿ ਉੱਤੇ ਕੋਈ ਪਰਸਨਲ ਮੈਂ ਕਿਸੇ ਤੇ ਬੋਲ ਗਿਆ ਆ, ਤੇ ਅਸੀਂ ਖਿਮਾ ਦੇ ਜਾ ਚੁੱਕੇ ਹਾਂ। ਪਰ ਬੇਨਤੀ ਇਹ ਆ, ਮਹਾਰਾਜ ਸਾਹਿਬ ਕਿਰਪਾ ਕਰਨ, ਆਓ ਆਪਾਂ ਰਲ ਮਿਲ ਕੇ ਜਿਹੜਾ ਹੈਗਾ ਐਸ ਸਿੱਖੀ ਦੇ ਬੂਟੇ ਦੀ ਜਿਹੜੀ ਸੇਵਾ ਕਰ ਸਕਦੇ ਹੋ ਕਰੀਏ। ਬਾਕੀ ਕਿਰਪਾ ਮਹਾਰਾਜ ਸਾਹਿਬ ਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।